हाँ जी। कोई स्पीच है? स्पीच नहीं, इंटरव्यू है मेरे ख्याल में, और कोई मैसेज भेजा है मोदी गवर्नमेंट को। हम्म, सोनिया मान है। तो अच्छा। ये जो 26 जनवरी के बाद मेरे ख्याल में जो अब हाँ। दंगे फसाद कराए जा रहे हैं वहाँ पे, हम्म, हम्म, तो उसमें उन्होंने भी अपना कोई मैसेज दिया है। देख लेते हैं। देखते हैं। ਇਹ ਸਾਡਾ ਤਿਰੰਗਾ ਹੈ, ਸਾਡੀ ਸ਼ਾਨ ਹੈ। ਭਾਰਤ ਸਾਡਾ ਦੇਸ਼ ਹੈ, ਅਸੀਂ ਇਹਦੀ ਇਨਸਲਟ ਨਹੀਂ ਕਰ ਸਕਦੇ। इनके भी ਉਹ हाथ पे ਲੋਕੀ चोट ਸਾਨੂੰ लगी हुई है, ਦੱਸਣਗੇ इनको भी ਜਿਨ੍ਹਾਂ इनके। ਨੇ ਲਾਲ ਕਿਲਾ ਜਾ ਕੇ ਆਪਣਾ ਕਿਰਾਏ ਤੇ ਦਿੱਤਾ ਹੋਇਆ ਹੈ ਕਾਰਪੋਰੇਟ ਕੰਪਨੀਆਂ ਨੂੰ, ਉਹ ਨਾ ਸਾਨੂੰ ਦੱਸਣ ਵੀ ਆਪਾਂ ਝੰਡੇ ਦੀ ਇਨਸਲਟ ਕੀਤੀ ਹੈ। ਆਪਾਂ ਆਪਣੇ ਝੰਡੇ ਦੀ ਕਦੀ ਇਨਸਲਟ ਨਹੀਂ ਕਰ ਸਕਦੇ। ਇਹ ਸਾਰੇ ਆਰਐਸਐਸ ਦੇ ਜਿਹੜੇ ਦੰਗੇ ਫਸਾਦ ਪਹਿਲਾਂ ਵੀ ਆਰਐਸਐਸ ਮਸ਼ਹੂਰ ਹੈ ਕਰਾਉਣ ਵਾਸਤੇ, ਗੁਜਰਾਤ ਦੇ ਵਿੱਚ ਕਰਾਏ ਨੇ, ਜਾਟ ਅੰਦੋਲਨ ਦੇ ਵਿੱਚ ਕਰਾਏ ਨੇ, ਉਹਨਾਂ ਨੇ ਸਾਡੇ ਇਹ ਦੰਗੇ ਫਸਾਦ ਕਰਾਏ ਨੇ, ਔਰ ਕੁਝ ਗੱਦਾਰ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਹੈ। ਇਹ ਮੋਦੀ ਸਰਕਾਰ ਡਿਫਰੈਂਟ ਏਜੰਡਾਜ਼ ਦੇ ਨਾਲ ਕਦੀ ਸਾਨੂੰ ਖਾਲਿਸਤਾਨੀ ਕਹਿ ਦਿੰਦੀ ਹੈ, ਕਦੀ ਸਾਨੂੰ ਕੁਝ ਕਹਿ ਦਿੰਦੀ ਹੈ। ਇਹ ਸਾਨੂੰ ਉਹ ਪ੍ਰੂਫ ਕਰਨ ਵਾਸਤੇ ਉਹਨਾਂ ਨੇ ਲੋਕੀ ਵਿੱਚ ਪਾਏ ਸੀਗੇ। ਇਹ ਸਾਰਾ ਕੁਝ ਪ੍ਰੀ ਪਲਾਨ ਸੀਗਾ ਇਹਨਾਂ ਦਾ, ਏਜੰਸੀਜ਼ ਦਾ। ਇਹਨਾਂ ਦਾ ਕੰਮ ਹੀ ਹੈ ਦੰਗੇ ਫਸਾਦ ਕਰਾਉਣੇ ਔਰ ਲੋਕਾਂ ਦੇ ਪੁੱਤ ਮਰਵਾਉਣੇ, ਇਹਨਾਂ ਦਾ ਕੰਮ ਹੈ। ਬਹੁਤ ਸਾਲ ਪਹਿਲਾਂ ਭਗਤ ਸਿੰਘ ਨੇ ਇਹ ਲੜਾਈ ਲੜੀ ਸੀਗੀ ਅੰਗਰੇਜ਼ਾਂ ਦੇ ਨਾਲ, ਉਹ ਲੜਾਈ ਅਸੀਂ ਲੜ ਰਹੇ ਹਾਂ। ਇਹ ਝੰਡਾ ਜਿਹੜਾ ਹੈ ਨਾ, ਭਗਤ ਸਿੰਘ ਦੀ ਦੇਣ ਹੈ ਸਾਨੂੰ। ਪਰ ਮੈਂ ਸਰਕਾਰ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੀ ਹਾਂ, ਜੇ ਮੇਰੇ ਕਿਸੇ ਵੀ ਬਾਬੇ ਨੂੰ, ਜੇ ਮੇਰੇ ਕਿਸੇ ਵੀ ਮਾਂ ਨੂੰ ਜਾਂ ਬੱਚੇ ਨੂੰ ਕਿਸੇ ਵੀ ਤਰੀਕੇ ਦਾ ਲਾਠੀਚਾਰਜ ਕੀਤਾ ਗਿਆ ਨਾ, ਤੇ ਇਹ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ, ਤੇ ਇਸ ਵਕਤ ਅਸੀਂ ਕੁੰਡਲੀ ਬਾਰਡਰ ਤੇ ਮੌਜੂਦ ਹਾਂ। ਕਿਸਾਨਾਂ ਦੀ ਹਮਾਇਤ ਦੇ ਵਿੱਚ ਇੱਕ ਵਾਰ ਫਿਰ ਟਰੈਕਟਰ ਮਾਰਚ ਕੱਢਿਆ ਗਿਆ, ਸਦਭਾਵਨਾ ਰੈਲੀ ਕੱਢੀ ਗਈ। ਬਹੁਤ ਸਾਰੇ ਲੋਕ ਵਾਪਸ ਚਲੇ ਗਏ, ਪਰ ਕੁਝ ਲੋਕ ਹਾਲੇ ਵੀ ਸੁਹਿਰਦਤਾ ਦੇ ਨਾਲ ਇਸ ਸੰਘਰਸ਼ ਦੇ ਵਿੱਚ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਸੰਘਰਸ਼ ਨੂੰ ਅੱਗੇ ਪਹੁੰਚਾਉਣਾ। ਸੋਨੀਆ ਮਾਨ ਸਾਡੇ ਨਾਲ ਨੇ। ਮਾਰਚ ਕੱਢ ਕੇ ਲੋਕਾਂ ਨੂੰ ਫਿਰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਵੱਡਾ ਸੈਟਬੈਕ ਲੱਗਾ ਸੀ ਸਾਨੂੰ, ਪਰ ਉਸ ਤੋਂ ਬਾਅਦ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਨਾਲ ਜੁੜੇ ਰਹਿਣ ਤੇ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇ। ਅੱਜ ਰੈਲੀ ਕੱਢ ਕੇ ਤੁਸੀਂ ਆਪਣੇ ਵੱਲੋਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼? ਵੇਖੋ ਜੀ, ਸਭ ਤੋਂ ਪਹਿਲਾਂ ਤੇ ਇਹ ਆਪਾਂ ਦੱਸਣਾ ਚਾਹੁੰਦੇ ਹਾਂ, ਜਿਹੜਾ ਆਰਐਸਐਸ ਵੱਲੋਂ ਜਾਂ ਸਾਡੀ ਸੈਂਟਰਲ ਗਵਰਨਮੈਂਟ ਵੱਲੋਂ ਗਲਤ ਇੱਕ ਏਜੰਡਾ, ਗਲਤ ਫਹਿਮੀ ਲੋਕਾਂ ਦੇ ਵਿੱਚ ਪਾਈ ਜਾ ਰਹੀ ਸੀ ਕਿ ਅਸੀਂ ਆਪਣੇ ਤਿਰੰਗੇ ਦੀ ਇਨਸਲਟ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਵੀ ਇਹ ਜਿਹੜਾ ਝੰਡਾ ਹੈ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ, ਸਾਡੇ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਦੇ ਨਾਲ ਪਾਇਆ ਹੋਇਆ ਸਾਡਾ ਤਿਰੰਗਾ ਹੈ। ਇਹ ਸਾਡਾ ਤਿਰੰਗਾ ਹੈ, ਸਾਡੀ ਸ਼ਾਨ ਹੈ। ਭਾਰਤ ਸਾਡਾ ਦੇਸ਼ ਹੈ, ਅਸੀਂ ਇਹਦੀ ਇਨਸਲਟ ਨਹੀਂ ਕਰ ਸਕਦੇ। ਇਹ ਤੇ ਸਾਡੇ ਸ਼ਹੀਦਾਂ ਨੇ ਆਪਣੀ ਸ਼ਹੀਦੀ ਦੇ ਕੇ ਪਾਇਆ ਹੈ, ਸਾਡੇ ਭਗਤ ਸਿੰਘ ਨੇ ਸ਼ਹੀਦੀ ਦੇ ਕੇ ਪਾਇਆ ਹੈ। ਇਹ ਝੰਡਾ ਸਾਡਾ ਹੈ, ਇਹ ਝੰਡਾ ਆਰਐਸਐਸ ਦਾ ਨਹੀਂ ਹੈ। ਉਹ ਲੋਕੀ ਸਾਨੂੰ ਦੱਸਣਗੇ ਜਿਨ੍ਹਾਂ ਨੇ ਲਾਲ ਕਿਲਾ ਜਾ ਕੇ ਆਪਣਾ ਕਿਰਾਏ ਤੇ ਦਿੱਤਾ ਹੋਇਆ ਹੈ ਕਾਰਪੋਰੇਟ ਕੰਪਨੀਆਂ ਨੂੰ, ਉਹ ਨਾ ਸਾਨੂੰ ਦੱਸਣ ਵੀ ਆਪਾਂ ਝੰਡੇ ਦੀ ਇਨਸਲਟ ਕੀਤੀ ਹੈ। ਆਪਾਂ ਆਪਣੇ ਝੰਡੇ ਦੀ ਕਦੀ ਇਨਸਲਟ ਨਹੀਂ ਕਰ ਸਕਦੇ। ਵੀਡੀਓ ਸਾਡੇ ਕੋਲ ਵੀ ਹੈਗੀਆਂ ਨੇ, ਵੀਡੀਓ ਇੱਕ ਨੈਸ਼ਨਲ ਮੀਡੀਆ ਵੀ ਦਿਖਾ ਰਿਹਾ ਹੈ। ਬਹੁਤ ਗਲਤ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤੇ ਮੈਂ ਇਹ ਕਹੂੰਗੀ ਕਿ ਉਸ ਰੈਲੀ ਦਾ ਮੈਂ ਵੀ ਹਿੱਸਾ ਸੀਗੀ 26 ਤਰੀਕ ਨੂੰ ਟਿਕਰੀ ਤੇ। ਸਭ ਤੋਂ ਅੱਗੇ ਸਾਡਾ ਕਾਫਲਾ ਜਾ ਰਿਹਾ ਸੀਗਾ, ਕਿਸਾਨ ਜਥੇਬੰਦੀਆਂ ਦੀ ਗੱਡੀ ਦੇ ਉੱਤੇ ਅੱਗੇ ਮੈਂ ਬੈਠੀ ਸੀਗੀ, ਔਰ ਮੈਂ ਅੱਗੇ ਜਾ ਕੇ ਮੋਟਰਸਾਈਕਲ ਤੇ ਝੰਡਾ ਵੀ ਲਹਿਰਾਇਆ ਸੀਗਾ। ਬਟ ਮੈਂ ਆਪਣੇ ਅੱਖੀ ਜੋ ਦੇਖਿਆ ਹੈ ਮੈਂ ਉਹ ਦੱਸਣਾ ਚਾਹੁੰਦੀ ਹਾਂ। 1 ਕਿਲੋਮੀਟਰ ਦੀ ਦੂਰੀ ਤੇ ਇੱਕ ਹੋਰ ਕਾਫਲਾ ਚੱਲ ਰਿਹਾ ਸੀਗਾ, ਜਿਹੜਾ ਸਾਡਾ ਕਾਫਲਾ ਨਹੀਂ ਸੀਗਾ। ਕੁਝ ਹੋਰ ਟਰੈਕਟਰ ਚੱਲ ਰਹੇ ਸੀਗੇ, ਕੁਝ ਹੋਰ ਬੁਲਟ ਮੋਟਰਸਾਈਕਲ ਚੱਲ ਰਹੇ ਸੀਗੇ। ਉਹ ਖਾਲੀ ਰੋਡ ਤੇ ਕਿੱਥੋਂ ਆਏ? ਪਹਿਲੀ ਗੱਲ ਤੇ ਇਹ ਹੈ, ਜਿਨ੍ਹਾਂ ਨੇ ਡਿਫਰੈਂਟ ਕਿਸਾਨ ਜਥੇਬੰਦੀਆਂ ਦੇ ਝੰਡੇ ਲਾਏ ਹੋਏ ਸੀਗੇ, ਉਹਨਾਂ ਨੇ ਅੱਗੇ ਜਾ ਕੇ ਟ੍ਰੈਫਿਕ ਜਾਮ ਕਰਤਾ। ਉਹਨਾਂ ਨੇ ਹੀ ਸਾਡੇ ਬੈਰੀਕੇਡ ਤੜਵਾਏ ਆ, ਬਾਅਦ ਦੇ ਵਿੱਚ ਉਹ ਗਾਇਬ ਹੋ ਗਏ। ਇਹ ਸਾਰੇ ਆਰਐਸਐਸ ਦੇ ਜਿਹੜੇ ਦੰਗੇ ਫਸਾਦ ਪਹਿਲਾਂ ਵੀ ਆਰਐਸਐਸ ਮਸ਼ਹੂਰ ਹੈ ਕਰਾਉਣ ਵਾਸਤੇ, ਗੁਜਰਾਤ ਦੇ ਵਿੱਚ ਕਰਾਏ ਨੇ, ਜਾਟ ਅੰਦੋਲਨ ਦੇ ਵਿੱਚ ਕਰਾਏ ਨੇ, ਉਹਨਾਂ ਨੇ ਸਾਡੇ ਇਹ ਦੰਗੇ ਫਸਾਦ ਕਰਾਏ ਨੇ, ਔਰ ਕੁਝ ਗੱਦਾਰ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਹੈ। ਸਾਡਾ ਇਹ ਲੋਕ ਸਟੇਜ ਹੈ ਜਿੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਹੈ ਭਾਈ ਭਾਈ। ਅਸੀਂ ਇਹ ਨਾਰਾ ਲਾਉਂਦੇ ਹਾਂ, ਸਾਡਾ ਹਿੰਦੁਸਤਾਨ, ਸਾਡਾ ਭਾਰਤ ਦੇਸ਼ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ, ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ। ਸਾਡਾ ਸਾਰਿਆਂ ਦੇ ਨਾਲ ਭਾਈਚਾਰਾ ਆ। ਸਾਡੀ ਮੰਗ ਹੈ ਸਿਰਫ ਸਾਡੇ ਬਿੱਲਾਂ ਤੱਕ ਦੀ, ਸਾਡੇ ਬਿੱਲ ਰੱਦ ਕੀਤੇ ਜਾਣ, ਅਸੀਂ ਵਾਪਸ ਜਾਈਏ। ਇਹ ਮੋਦੀ ਸਰਕਾਰ ਡਿਫਰੈਂਟ ਏਜੰਡਾਜ਼ ਦੇ ਨਾਲ ਕਦੀ ਸਾਨੂੰ ਖਾਲਿਸਤਾਨੀ ਕਹਿ ਦਿੰਦੀ ਹੈ, ਕਦੀ ਸਾਨੂੰ ਕੁਝ ਕਹਿ ਦਿੰਦੀ ਹੈ। ਇਹ ਸਾਨੂੰ ਉਹ ਪ੍ਰੂਫ ਕਰਨ ਵਾਸਤੇ ਉਹਨਾਂ ਨੇ ਲੋਕੀ ਵਿੱਚ ਪਾਏ ਸੀਗੇ। ਤੁਸੀਂ ਆਪ ਸੋਚੋ, ਲਾਲ ਕਿਲੇ ਦੇ ਉੱਤੇ ਜ਼ੈਡ ਸਿਕਿਉਰਿਟੀ ਹੁੰਦੀ ਆ, ਉਦੋਂ ਕਿਉਂ ਨਹੀਂ ਸੀਗੀ? ਬਾਅਦ ਦੇ ਵਿੱਚ ਪੁਲਿਸ ਫੋਰਸ ਕਿਉਂ ਆਈ? ਔਰ ਉੱਥੇ ਕਿਉਂ ਨਹੀਂ ਸਾਰੇ ਜਾਣੇ ਉਧਰ ਕਿਉਂ ਜਾ ਰਹੇ ਸੀਗੇ? ਇਹ ਸਾਰਾ ਕੁਝ ਪ੍ਰੀ ਪਲਾਨ ਸੀਗਾ ਇਹਨਾਂ ਦਾ, ਏਜੰਸੀਜ਼ ਦਾ। ਇਹਨਾਂ ਦਾ ਕੰਮ ਹੀ ਹੈ ਦੰਗੇ ਫਸਾਦ ਕਰਾਉਣੇ ਔਰ ਲੋਕਾਂ ਦੇ ਪੁੱਤ ਮਰਵਾਉਣੇ, ਇਹਨਾਂ ਦਾ ਕੰਮ ਹੈ। ਸੋਨੀਆ ਜੀ, ਬੜੀ ਇਹ ਅਹਿਮ ਤੁਸੀਂ ਗੱਲ ਕਹੀ ਕਿ ਕਿਸ ਤਰੀਕੇ ਨਾਲ 26 ਜਨਵਰੀ ਜਦੋਂ ਸਾਰਾ ਦੇਸ਼ ਹਾਈ ਅਲਰਟ ਤੇ ਹੁੰਦਾ ਹੈ, ਜਿਸ ਦਿਨ ਵੱਡੀ ਤੌਰ ਤੇ ਪ੍ਰਬੰਧ ਕੀਤੇ ਗਏ ਹੁੰਦੇ ਨੇ, ਉਦੋਂ ਲਾਲ ਕਿਲਾ ਖਾਲੀ ਛੱਡ ਦਿੱਤਾ ਗਿਆ। ਇਹ ਜਾਣਬੁੱਝ ਕੇ ਸਾਰੀ ਇਹਨਾਂ ਦੀ ਮਿਲੀ ਭਗਤ ਸੀਗੀ, ਇਹ ਆਰਐਸਐਸ ਦੀ ਮਿਲੀ ਭਗਤ ਸੀਗੀ ਸਾਡਾ ਕਿਸਾਨੀ ਅੰਦੋਲਨ ਖਰਾਬ ਕਰਨ ਵਾਸਤੇ। ਸਾਡਾ ਕਿਸਾਨੀ ਅੰਦੋਲਨ ਦੇ ਵਿੱਚ ਸਾਰੇ ਧਰਮਾਂ
ਭਰਾਵਾਂ ਦੀ ਇਕੁਅਲ ਰਿਸਪੈਕਟ ਕੀਤੀ ਜਾਂਦੀ ਹੈ। ਅਸੀਂ ਸਿਰਫ ਆਪਣੇ ਵਾਸਤੇ ਨਹੀਂ ਲੜ ਰਹੇ, ਇਹ ਜਿਹੜੇ ਬਿੱਲ ਹੈ ਛੋਟੇ ਦੁਕਾਨਦਾਰਾਂ ਵਾਸਤੇ, ਕੱਪੜੇ ਦੇ ਸਟੋਰਸ ਵਾਸਤੇ ਸਾਰਾ ਕਰਕੇ ਲੜ ਰਹੇ ਹਾਂ। ਆਪਾਂ ਨਹੀਂ ਚਾਹੁੰਦੇ ਕਿ ਅੰਬਾਨੀ ਅੰਡਾਨੀ ਆਉਣ ਵਾਲੇ ਟਾਈਮ ਦੇ ਉੱਤੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰੇ, ਕਾਰਪੋਰੇਟ ਹਾਊਸ ਕਬਜ਼ਾ ਕਰੇ। ਬਹੁਤ ਸਾਲ ਪਹਿਲਾਂ ਭਗਤ ਸਿੰਘ ਨੇ ਇਹ ਲੜਾਈ ਲੜੀ ਸੀਗੀ ਅੰਗਰੇਜ਼ਾਂ ਦੇ ਨਾਲ, ਉਹ ਲੜਾਈ ਅਸੀਂ ਲੜ ਰਹੇ ਹਾਂ। ਇਹ ਝੰਡਾ ਜਿਹੜਾ ਹੈ ਨਾ, ਭਗਤ ਸਿੰਘ ਦੀ ਦੇਣ ਹੈ ਸਾਨੂੰ, ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਸ਼ਹੀਦੀ ਦੇ ਕੇ ਪਿਆ ਸੀਗਾ। ਇਸ ਤਿਰੰਗੇ ਨੂੰ ਆਪਾਂ ਸਿਰ ਤੇ ਰੱਖਦੇ ਹਾਂ, ਸਾਡੀ ਸ਼ਾਨ ਹੈ। ਬੜੀ ਅਹਿਮ ਚੀਜ਼ ਹੈ ਕਿ ਬਹੁਤ ਸਾਰੇ ਕਲਾਕਾਰ ਹੁਣ ਨਜ਼ਰ ਨਹੀਂ ਆ ਰਹੇ, ਤੁਸੀਂ ਉਚੇਚੇ ਤੌਰ ਤੇ ਪਹੁੰਚੇ ਹੋ, ਨੌਜਵਾਨਾਂ ਨੂੰ ਕਿਵੇਂ ਸੁਚੇਤ ਕਰ ਰਹੇ ਹੋ, ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਵੇਖੋ ਜੀ, ਨੌਜਵਾਨਾਂ ਨੂੰ ਇਸੇ ਤਰੀਕੇ ਨਾਲ ਸੁਚੇਤ ਕਰ ਰਹੇ ਹਾਂ, ਜਦੋਂ ਤੱਕ ਸਾਡਾ ਬਿੱਲ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਅਸੀਂ ਇੱਥੋਂ ਵਾਪਸ ਨਹੀਂ ਜਾਵਾਂਗੇ। ਮੈਂ ਕੰਟੀਨਿਊਸਲੀ ਟਿਕਰੀ ਬਾਰਡਰ ਤੇ ਬਣੀ ਹੋਈ ਹਾਂ, ਮੈਂ ਉੱਥੇ ਮਾਈ ਭਾਗੋ ਨਿਵਾਸ ਵੀ ਬਣਾਇਆ ਹੈ ਬੀਬੀਆਂ ਵਾਸਤੇ, ਅਸੀਂ ਉੱਥੇ ਹੋਈਦਾ। ਮੈਂ ਟਿਕਰੀ ਬਾਰਡਰ ਤੋਂ ਹੀ ਰੈਲੀ 'ਚ ਗਈ ਸੀਗੀ ਔਰ ਮੈਂ ਇੱਥੇ ਅੱਜ ਆਈ। ਅੱਜ ਮੈਨੂੰ ਸੀਗਾ ਕਿ ਇੱਥੇ ਆ ਕੇ ਉਤਸ਼ਾਹ ਵਧਾਉਣਾ ਚਾਹੀਦਾ ਹੈ, ਸਾਰਿਆਂ ਨਾਲ ਗੱਲ ਕਰਨੀ ਚਾਹੀਦੀ ਆ, ਕਿਉਂਕਿ ਜਿਹੜੀ ਸਰਕਾਰ ਦੀਆਂ ਨੀਤੀਆਂ ਨੇ ਸਾਨੂੰ ਤੋੜਨ ਦੀਆਂ, ਇਹ ਸਾਰਾ ਕੁਝ ਗਲਤ ਜੋ ਕਰ ਰਹੀ ਹੈ ਇਸ ਟਾਈਮ ਦੇ ਉੱਤੇ। ਕੱਲ ਰਾਤੀ ਵੀ ਉਹਨਾਂ ਨੇ ਬਹੁਤ ਸਾਰੇ ਆਪਣੀ ਪੁਲਿਸ ਫੋਰਸ ਭੇਜੀ ਸੀਗੀ ਉੱਥੇ यूपी ਬਾਰਡਰ ਦੇ ਉੱਤੇ, ਬਹੁਤ ਸਾਰੇ ਸੁੱਤੇ ਲੋਕਾਂ ਦੇ ਉੱਤੇ ਲਾਠੀ ਰਾਜ ਕੀਤਾ। ਇਹ ਸਾਰਾ ਕੁਝ ਜੋ ਵੀ ਹੈ ਕੀਤਾ ਹੈ ਗਲਤ ਕਰ ਰਹੀ ਹੈ ਸਰਕਾਰ। ਕੱਲ ਰਾਤੀ ਵੀ ਪੁਲਿਸ ਫੋਰਸ ਉਹਨਾਂ ਨੇ ਜ਼ਿਆਦਾ ਵਧਾ ਦਿੱਤੀ ਸੀਗੀ। ਪਰ ਮੈਂ ਸਰਕਾਰ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੀ ਹਾਂ, ਜੇ ਮੇਰੇ ਕਿਸੇ ਵੀ ਬਾਬੇ ਨੂੰ, ਜੇ ਮੇਰੇ ਕਿਸੇ ਵੀ ਮਾਂ ਨੂੰ ਜਾਂ ਬੱਚੇ ਨੂੰ ਕਿਸੇ ਵੀ ਤਰੀਕੇ ਦਾ ਲਾਠੀ ਚਾਰਜ ਕੀਤਾ ਗਿਆ ਨਾ, ਤੇ ਇਹ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ। ਜੇ ਆਪਾਂ ਨਾਰਾ ਲਾਉਂਦੇ ਆ ਨਾ, ਜੈ ਜਵਾਨ ਜੈ ਕਿਸਾਨ ਦਾ, ਇਹ ਜਵਾਨ ਵੀ ਸਾਡੇ ਹੀ ਦਿੱਤੇ ਹੋਏ ਨੇ, ਇਹ ਵੀ ਕਿਸਾਨ ਦੇ ਹੀ ਪੁੱਤ ਨੇ। ਇਹ ਸਾਡੇ ਵਿੱਚ ਫੁੱਟ ਪਾਉਣ ਦੀ ਗੱਲ ਨਾ ਕਰਨ। ਜੋ ਇਹਨਾਂ ਨੇ ਕਿਸਾਨ ਬਣਾ ਕੇ ਜਵਾਨਾਂ ਦੇ ਉੱਤੇ ਪੱਥਰ ਮਰਵਾਏ ਆ ਨਾ, ਔਰ ਜੇ ਸਾਡੇ ਸਾਹਮਣੇ ਜਵਾਨ ਲੈ ਕੇ ਆਉਂਦੇ ਨੇ ਆਪਣੇ RSS ਦੀ ਲੋਕਾਂ ਦੀ ਡਰੈਸਾਂ ਪਵਾ ਕੇ, ਸਾਨੂੰ ਸਭ ਸਮਝ ਲੱਗਦੀ ਹੈ ਇਹ ਜੀ ਲੜਾਈ ਕਰਵਾਉਣ ਦੀ ਲੋੜ ਨਹੀਂ। ਔਰ ਮੈਂ ਇਹੀ ਕਹਿੰਨੀ ਆ ਕਿ ਆ ਸਾਡਾ ਤਿਰੰਗਾ ਸਭ ਤੋਂ ਉੱਤੇ ਹੈ, ਸਾਡੀ ਸ਼ਾਨ ਹੈ। ਤੇ ਸਨ ਸੋਨੀਆ ਮਾਨ ਸਾਫ਼ ਤੌਰ ਤੇ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨੌਜਵਾਨ। बहुत अच्छा बोली है, बहुत अच्छा बोली। ठीक बात हाँ। कही है उन्होंने कहा कि अगर ये वो कर रहे थे तो उस वक्त उनके वो सिक्योरिटी क्यों नहीं थी। हाँ, ये वैसे हैरत की बात है, ये मुझे भी तो इसका मतलब खुद ही बड़ी करवाया अच्छी गया, लगी। सारा हाँ। कुछ किया गया। और जो आप पूछ रहे थे ना कि वो किराए पे दिया हुआ है, वो ये होता है कि उन्होंने वो, चूँकि विजिटर्स बहुत आते हैं और टूरिस्ट आते हैं ये देखने के लिए, तो वो ठेके पे दे दिए जाती है ना इसी जगह। नहीं, लेकिन वो तो महकमा औकाफ वगैरह जैसे होती है, वो उसका नहीं होता जो हाँ, उन्होंने आगे से ठेके पे दे दिया प्राइवेट सेक्टर्स को। हाँ हाँ, मेंटेनेंस के लिए उसकी मेंटेनेंस भी, और वो जो सारा रेवेन्यू इकट्ठा करने के लिए। लेकिन गवर्नमेंट की चीज़ों को तो नहीं करना चाहिए वैसे इस तरह से प्राइवेटली, टूरिस्ट आते बल्कि हैं उससे ज़्यादा फायदा हो कि जैसा अगर इस तरह तो फिर वो ताजमहल वगैरह भी दे दिया होगा, वो वहाँ भी हो सकता है, वो चीज़ें दूसरी, हाँ, वो काम कर रही है कंपनी। मेरे तो ज़्यादा सेंस ये बनती है कि जैसे अगर लाहौर किला वगैरह या जिस तरह की चीज़ें हैं, वो अगर गवर्नमेंट अपने तौर पे खुद से करे। उन जगहों पे भी आपने शायद देखा हो कि वो जो इतनी कैंटीनें वगैरह होती हैं वो सारी ठेके पे होती है। नहीं, उनकी तो बात समझ में आती है। हाँ, लेकिन वो जो मेन एंट्रेंस पे जो टिकट है, हाँ टिकट है, वो चाहे वो 1 रुपए की है, चाहे वो 2 की है, चाहे 200 की है, 400 की है, जो भी है, वो जो रेवेन्यू इकट्ठा हो रहा है उससे, वो तो गवर्नमेंट में जाना चाहिए, नहीं कि उससे बल्कि ज़्यादा फायदा होगा। क्योंकि प्राइवेट सेक्टर जो है वो अगर मेंटेनेंस कर वो ही देंगे, जानते होंगे ना कि वो किस तरह उन्होंने दिया है। बहरहाल उसने बातें जितनी भी की है बहुत अच्छी की। उन्होंने कहा ये आज़ादी तो लेके दी है भगत सिंह ने, तिरंगा तो उनका है। उधम सिंह और भगत सिंह उन्होंने किया। उन्होंने कुर्बानियाँ दी हैं, तो ये आज़ादी और ये झंडा मिला, उसके हम कैसे मान कर सकते हैं? वो तो कभी भी नहीं हो सकता। नहीं, वो तो हमने उस दिन जब वीडियो भी देखी थी उसमें भी साफ नज़र आ रहा था कि मेन जो वो जगह थी, बाद में लोगों ने क्या शुरू कर दिया था कि जी 14 अगस्त पे जो फ्लैग सेरेमनी होती है उस पर फिर ये वाला जो पोल होता है वहाँ पे ये तिरंगा लहराया जाता है। लेकिन जो मेन आप देखें, अगर नोट भी करें, वीडियो में भी दिखाया जा रहा है कि जो टॉप पे जो लगा हुआ है वहाँ पे ऊपर वो मेन लगा हुआ है, तिरंगा लगा हुआ है। उन्होंने भी जाके कोई खालिस्तान वाला कोई झंडा ही लगाया, वो भी आपने जो बताया था कि वो निशान साहब जो होता है वहाँ, वो एक रिलीजियस चीज़ है। और उसमें भी बेशक 2 पहलू बन चुके हुए हैं कि ठीक है गलत है, जो भी है उस पर हम बहस नहीं करते, नाम उसको अच्छा करते हैं, नाम उसको बुरा कहते हैं। वो कह रहे हैं हम में से थे ही नहीं। मैं यही बात करने लगा था, यही बात मैं करने लगा था कि जो हम पहले दिन से कह रहे थे, हम पहले दिन से कह रहे थे कि ना सिर्फ इसको, हम तो पूरे धरने को कह रहे थे। हाँ, तो हुआ है ना कि वो कह नहीं कि हम वापस आए तो लोग जा चुके हुए हैं, अब उतने लोग नहीं है जैसे पहले थे, दोबारा से बुलाया जाएगा, दोबारा से बिठाया जाएगा। अरे उनको मायूसी फैलाई गई है वहाँ पे, ये जो भी कुछ हुआ। हमसे तो ये भी पूछा जा रहा था कि हम अपनी राय दें कि इनको जाना चाहिए, रैली करनी चाहिए, ये नहीं करनी चाहिए। लेकिन हम तो पहले दिन से ये बात कर रहे हैं कि अपने इर्द गिर्द वहाँ पे लोगों को देखें, क्योंकि लोग वहाँ पे ही, आपको कोई नहीं पता कि आपके साथ जो बैठा हुआ है आपका सगा बना हुआ है और वो आपके ग्रुप में आ गया हुआ है, शामिल हो गया हुआ है,
वो उनका बंदा होगा, कहाँ से वो आपके इनके अंदर की जो किस एहसासात एजेंसी का है, है। जो आप उस टाइम पे बातें कर रहे हैं, आप इस टाइम पे इनके जो वो उनको जाके वो पहुंचाएगा कि आप क्या सोच रहे हैं आप। तो इसलिए आपको अपनी जो मेन जो आपके तासुरात हैं या जो भी आप सोच रहे हैं उनको भी नहीं शेयर करना चाहिए। तो जिस तरह हमने वो एक लखा सिटाना था, तो एक जो हमें तो पहली दफ़ा पता चला था कि वो एक बंदा है, तो बाद में पता चला था कि वो यूथ का कोई लीडर है और वो उनको सारे यूथ को वो लेकर गया हुआ है। तो उसने भी जब एक स्पीच दी थी तो हमने कहा था कि ये नहीं कहना चाहिए, जो आपसी मसले हैं उनको आप इस तरह से किसी प्लेटफॉर्म पे जाके बड़े स्टेज पे आप जाके डिस्कस ना करें, एक कमरे में जाके डिस्कस करें, ऐसे बड़े लेवल पे ना करें ताकि गवर्नमेंट तक बात ना जाए, तो वो इसको मैनिपुलेट ना कर सके और इसको आपके ख़िलाफ़ ना इस्तेमाल कर सके। तो यही चीज़ इधर भी हुई है कि उन्होंने देखा है कि एक मौका मिला है उनको कि अच्छा ये आ रहे हैं यहाँ पे ट्रालियाँ लेके इधर आ रहे हैं, पूरा ग्रुप के ग्रुप बन के, वहाँ जो पीछे जगह है उसको, वहाँ पे जो थोड़े बहुत रह गए हुए हैं उनको भी उठा दो और ऐसा कुछ करो कि इनके खिलाफ यानी आपस में ही फूट पड़ जाए, कि वहाँ पे जाएंगे। पहले से ही उन्होंने वो प्लांटेड लगाए हुए थे, जैसे वो कह रहे हैं कि 1 किलोमीटर के फासले पे एक आगे जा रहे हैं और वो सारे के सारे मुड़ के वो जा रहे हैं उधर, वो लोगों को लेके जा रहे हैं। ये सारे के सारे जितने भी हमने देखे हैं वो सारे प्लांटेड लोग थे और उन्होंने ही सारे यानी कि लड़ाइयाँ झगड़े और इस तरह से वो जो बैरिकेड्स भी वो कह रहे हैं कि उन्होंने ही तोड़े। तो नाम बाद में सारों का पड़ गया, वो कुछ बंदे जो उन्होंने प्लांट किए हुए थे उनकी वजह से सारों का नाम पड़ गया। तो बहरहाल बहुत अच्छी बातें की हमने। हाँ, बहुत ज़बरदस्त बातें हो गई हैं और वाकई ये सोचना चाहिए सारों को। तो जी ये था मैसेज था सोनिया मान ने दिया, और देखें बाकी मिलते हैं अगली वीडियो में, तब तक के लिए अपना ख्याल रखें, दुआ में याद रखें। रब रखा। अल्लाह हाफ़िज़।